ਭਾਈ ਗੁਰਦਾਸ ਸਾਹਿਬ ਜੀ ਭਾਈ ਭਗੀਰਥ ਜੀ ਦੇ ਬਾਰੇ ਜੋ ਪੰਕਤੀ ਲਿਖਦੇ ਨੇ ਉਹ ਇਹ ਹੈ, ਮੈਲ ਸੀਹਾਂ ਵਿੱਚ ਆਖੀਐ ਭਾਗੀਰਥ ਕਾਲੀ ਗੁਣ ਗਾਵੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਸਿੱਖ ਬਣਿਆ ਹੈ ਭਾਈ ਭਗੀਰਥ, ਔਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਿੱਖ ਬਣਨ ਤੋਂ ਪਹਿਲਾਂ ਇਹ ਕਾਲੀ ਦੇਵੀ ਦਾ ਪੁਜਾਰੀ ਸੀ। ਤੁਹਾਡੇ ਸਾਹਮਣੇ ਪੰਕਤੀ ਫਿਰ ਆ ਜਾਵੇਗੀ, ਮੈਲ ਸੀਹਾਂ ਵਿੱਚ ਆਖੀਐ ਭਾਗੀਰਥ ਕਾਲੀ ਗੁਣ ਗਾਵੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਸੁਲਤਾਨਪੁਰ ਲੋਧੀ ਗਏ ਸੀ ਤੇ ਸੱਚੇ ਪਾਤਸ਼ਾਹ ਜੀ ਨੇ ਉੱਥੇ ਮੋਦੀਖਾਨੇ ਦੀ ਕਾਰ ਕੀਤੀ ਹੈ। ਤੇ ਸਿਰਫ ਮਹਾਰਾਜ ਨੇ ਨੌਕਰੀ ਨਹੀਂ ਕੀਤੀ, ਮਹਾਰਾਜ ਜੀ ਦੇ ਕੋਲ ਬੜੇ ਲੋਕ ਸਾਧ ਸੰਗ ਦੇ ਲਈ ਆਉਂਦੇ ਹੁੰਦੇ ਸੀ। ਇਸੇ ਹੀ ਸੁਲਤਾਨਪੁਰ ਲੋਧੀ ਦੇ ਬਿਲਕੁਲ ਨੇੜੇ ਪਿੰਡ ਹੈ ਇਹ ਮਲਸੀਆਂ, ਮੈਲਸੀਹਾਂ ਜਿਹਨੂੰ ਕਿਹਾ ਜਾਂਦਾ ਹੈ। ਇੱਥੋਂ ਦਾ ਰਹਿਣ ਵਾਲਾ ਸੀ ਭਾਈ ਭਗੀਰਥ। ਔਰ ਜਿਸ ਤਰੀਕੇ ਦੇ ਨਾਲ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਦੇ ਨਾਲ ਨਹੀਂ ਜੁੜੇ ਹੁੰਦੇ ਤੇ ਸਾਡੇ ਮਨ ਦੇ ਬੜੇ ਖਿਆਲ ਹੁੰਦੇ ਨੇ ਵੀ ਅਸੀਂ ਪਹਿਲਾਂ ਇਹਨੂੰ ਮੰਨਦੇ ਸੀ, ਪਹਿਲਾਂ ਉਹਨੂੰ ਮੰਨਦੇ ਸੀ। ਇੱਦਾਂ ਹਰ ਇੱਕ ਦੀ ਆਪਣੀ ਆਪਣੀ ਖਿੱਚ ਹੁੰਦੀ ਹੈ ਵੀ ਅਸੀਂ ਪਹਿਲਾਂ ਉਹਦੇ ਕੋਲ ਜਾਂਦੇ ਸੀ, ਪਹਿਲਾਂ ਉਹਦੇ ਕੋਲ ਜਾਂਦੇ ਸੀ। ਹੁਣੇ ਹੀ ਇੱਕ ਸ਼ਬਦ ਪੜ੍ਹਿਆ ਜਾ ਰਿਹਾ ਸੀ ਬਾਬਾ ਕਬੀਰ ਸਾਹਿਬ ਜੀ ਦਾ, ਘਰ ਕੇ ਦੇਵ ਪਿੱਤਰ ਕੀ ਛੋਡੀ ਗੁਰ ਕੋ ਸ਼ਬਦ ਲਇਓ। ਵੀ ਜਿਹੜੇ ਸਾਡੇ ਵੱਡੇ ਵਡੇਰੇ ਜੋ ਕੰਮ ਕਰਦੇ ਸੀ, ਬਾਬਾ ਕਬੀਰ ਸਾਹਿਬ ਕਹਿੰਦੇ ਅਸੀਂ ਸਾਰੇ ਛੱਡ ਦਿੱਤੇ। ਵੀ ਵੱਡੇ ਕਿਹਦੀ ਪੂਜਾ ਕਰਦੇ ਸੀ, ਵੀ ਭਾਵੇਂ ਸੂਰਜ ਦੀ ਪੂਜਾ ਕਰਦੇ ਸੀ, ਭਾਵੇਂ ਚੰਦਰਮਾ ਦੀ ਪੂਜਾ ਕਰਦੇ ਸੀ, ਅਸੀਂ ਉਹਨਾਂ ਦੀ ਖਿੱਚ ਨੂੰ ਛੱਡ ਦਿੱਤਾ ਹੈ। ਗੁਰੂ ਦੇ ਸ਼ਬਦ ਦੇ ਉੱਤੇ ਅਸੀਂ ਭਰੋਸਾ ਰੱਖਦੇ ਪਏ ਹਾਂ। ਜੋ ਪਿਛਲੇ ਕਰ ਗਏ ਮੁਬਾਰਕ ਹੈ ਉਹਨਾਂ ਨੂੰ। ਅਸੀਂ ਜਦੋਂ ਗੁਰੂ ਨਾਨਕ ਸਾਹਿਬ ਦੇ ਘਰ ਦੇ ਨਾਲ ਜੁੜ ਗਏ ਹਾਂ ਤੇ ਅਸੀਂ ਵੇਖਣਾ ਹੈ ਵੀ ਜੋ ਸਤਿਗੁਰੂ ਸਾਨੂੰ ਕਹਿ ਰਹੇ ਨੇ ਕਿ ਅਸੀਂ ਉਹ ਕਰਦੇ ਪਏ ਹਾਂ। ਇਹ ਜਿਹੜਾ ਪੰਕਤੀ ਹੈ ਤੁਹਾਡੇ ਸਾਹਮਣੇ, ਇਹਦੇ ਬਾਰੇ ਨਾ ਦੋ ਤਿੰਨ ਤਰੀਕੇ ਦੀਆਂ ਵਿਚਾਰਾਂ ਸਾਡੇ ਸਾਹਮਣੇ ਆਉਂਦੀਆਂ ਨੇ। ਤੇ ਇੱਕ ਤੇ ਮੈਂ ਬੇਨਤੀ ਆਪ ਜੀ ਦੇ ਅੱਗੇ ਕਰ ਦਿੱਤੀ ਹੈ ਕਿ ਇਹ ਗੁਰੂ ਨਾਨਕ ਸਾਹਿਬ ਦੇ ਕੋਲ ਆਉਣ ਤੋਂ ਪਹਿਲਾਂ ਕਾਲੀ ਦੇਵੀ ਦਾ ਪੁਜਾਰੀ ਸੀ, ਸ਼ਕਤੀ ਦੀ ਦੇਵੀ ਹੈ। ਔਰ ਇਹ ਜਿਸ ਨੇ ਇਹਨੂੰ ਇਸ ਦੇਵੀ ਦੀ ਸਾਧਨਾ ਦੇ ਵਿੱਚ ਲਾਇਆ ਸੀ, ਭਾਈ ਵੀਰ ਸਿੰਘ ਕਹਿੰਦੇ ਨੇ, ਕਿਉਂਕਿ ਅਸਲ ਦੇ ਵਿੱਚ ਲੋਕਾਂ ਦੇ ਅੰਦਰ ਧਾਰਮਿਕ ਭਾਵਨਾ ਹੁੰਦੀ ਹੈ, ਰਸਤਾ ਗਲਤ ਹੋ ਜਾਵੇ ਤਾਂ ਉਹ ਗੱਲ ਹੋਰ ਹੋ ਜਾਂਦੀ ਹੈ। ਤੇ ਜਿਹੜਾ ਇਹਨੂੰ ਉਸ ਅਰਾਧਨ ਦੇ ਵਿੱਚ ਲਾ ਕੇ ਗਿਆ ਸੀ, ਇਹਦੀ ਭਗਤੀ ਦੇ ਵਿੱਚ ਇੱਦਾਂ ਕਹਿ ਲਓ ਵੀ ਕੋਈ ਘਾਟ ਨਹੀਂ ਸੀ। ਇਹ ਬੜਾ ਇਮਾਨਦਾਰ ਸੀ। ਜਦੋਂ ਅਸੀਂ ਕਿਸੇ ਰਸਤੇ ਦੇ ਉੱਤੇ ਤੁਰਦੇ ਹਾਂ ਤੇ ਕਿਸੇ ਨੂੰ ਪੁੱਛ ਲਈਏ ਵੀ ਇੱਧਰ ਨੂੰ ਜਾਣਾ ਹੈ, ਰਸਤਾ ਦੱਸਣ ਵਾਲਾ ਗਲਤ ਰਸਤਾ ਦੱਸ ਦੇਵੇ, ਅਸੀਂ ਤੇ ਗਲਤ ਭਾਵਨਾ ਦੇ ਨਾਲ ਨਹੀਂ ਤੁਰਦੇ, ਅਸੀਂ ਤੁਰੀ ਜਾਂਦੇ ਹਾਂ। ਇਹ ਗਲਤ ਨਹੀਂ ਸੀ ਤੁਰਦਾ। ਹੋ ਸਕਦਾ ਹੈ ਰਸਤਾ ਗਲਤ ਹੋ ਗਿਆ ਹੋਵੇ। ਔਰ ਕਹਿੰਦੇ ਨੇ ਕਿ ਕਾਫੀ ਸਮਾਂ ਇਹਨੇ ਇੱਦਾਂ ਭਗਤੀ ਕਰਨ ਦੇ ਵਿੱਚ, ਸੇਵਾ ਕਰਨ ਦੇ ਵਿੱਚ ਲਾਇਆ ਤੇ ਅੰਦਰ ਇੱਦਾਂ ਵੀ ਕਹਿ ਲਓ ਵੀ ਧਿਆਨ ਵੀ ਲੱਗਣ ਲੱਗ ਪਿਆ। ਭਾਈ ਵੀਰ ਸਿੰਘ ਤੇ ਕਹਿੰਦੇ ਨੇ ਵੀ ਧਿਆਨ ਵੀ ਟਿਕਣ ਲੱਗ ਪਿਆ ਸੀ। ਪਰ ਕਹਿੰਦੇ ਇੱਦਾਂ ਦੀ ਗੱਲ ਸੀ ਵੀ ਅੰਦਰ ਟਿਕਾ ਨਹੀਂ ਸੀ ਆਉਂਦਾ, ਅੰਦਰ ਇੱਕ ਸ਼ਾਂਤੀ ਜੀ ਨਹੀਂ ਸੀ ਆਉਂਦੀ। ਧਿਆਨ ਟਿਕਾਉਣਾ ਔਖਾ ਜਿਹਾ ਕੰਮ ਨਹੀਂ ਹੈ, ਥੋੜ੍ਹੀ ਜਿਹੀ ਪ੍ਰੈਕਟਿਸ ਦੀ ਲੋੜ ਹੈ, ਧਿਆਨ ਟਿਕ ਜਾਂਦਾ ਹੈ। ਪਰ ਧਿਆਨ ਟਿਕਾਈਏ ਕਿਹਦੇ ਉੱਤੇ? ਜੇ ਧਿਆਨ ਟਿਕਾਉਣ ਤੋਂ ਬਾਅਦ ਵੀ ਇੱਕਦਮ ਦਿਮਾਗ ਭਰ ਜਾਂਦਾ ਹੈ, ਧਿਆਨ ਟਿਕਾਉਣ ਤੋਂ ਬਾਅਦ ਵੀ ਮਨ ਇੱਦਾਂ ਲੱਗਦਾ ਵੀ ਬਸ ਮੈਂ ਬਹੁਤ ਕੁਝ ਕਰ ਲਿਆ ਹੈ, ਰਿਲੈਕਸ ਨਹੀਂ ਫੀਲ ਹੁੰਦਾ, ਸਗੋਂ ਹੋਰ ਮਨ ਦੇ ਵਿੱਚ ਬੋਝ ਜਿਹਾ ਵੱਧ ਜਾਂਦਾ ਹੈ, ਉਹ ਧਿਆਨ ਜਿਹੜਾ ਹੈ ਉਹ ਔਖਾ ਕਰਦਾ ਹੈ, ਸੌਖਾ ਨਹੀਂ ਕਰਦਾ। ਜਿਹੜਾ ਅੱਜ ਦੀ ਬੋਲੀ ਦੇ ਵਿੱਚ ਸਾਨੂੰ ਮੈਡੀਟੇਸ਼ਨ ਸਿਖਾਇਆ ਜਾਂਦਾ ਹੈ, ਉਹ ਹੈ ਇਸੇ ਗੱਲ ਦੇ ਉੱਤੇ ਹੈ ਵੀ ਤੁਸੀਂ ਧਿਆਨ ਕਿੱਦਾਂ ਪਕਾਉਣਾ ਹੈ, ਕੰਸਨਟ੍ਰੇਸ਼ਨ ਕਿੱਦਾਂ ਕਰਨੀ ਹੈ, ਮੈਡੀਟੇਸ਼ਨ ਕਿੱਦਾਂ ਕਰਨੀ ਹੈ। ਪਰ ਉਹਦੇ ਵਿੱਚ ਕੀ ਹੋ ਰਿਹਾ ਕਿ ਜਦੋਂ ਉਹ ਕਰਕੇ ਬੰਦਾ ਵਿਹਲਾ ਹੋ ਰਿਹਾ ਹੈ, ਉਹਨੂੰ ਲੱਗਦਾ ਵੀ ਮੈਂ ਥੱਕ ਬਹੁਤ ਗਿਆ ਹਾਂ, ਉਹਨੂੰ ਆਰਾਮ ਚਾਹੀਦਾ ਹੈ। ਫਿਰ ਧਿਆਨ ਲਗਾਉਣਾ ਐਡਾ ਔਖਾ ਮਸਲਾ ਨਹੀਂ ਹੈ। ਤੁਸੀਂ ਇੱਕ ਵਾਰ ਪ੍ਰੈਕਟਿਸ ਕਰੋ, 2 ਵਾਰ ਪ੍ਰੈਕਟਿਸ ਕਰੋ, ਮਹੀਨੇ ਬਾਅਦ, 2 ਮਹੀਨਿਆਂ ਬਾਅਦ ਧਿਆਨ ਲੱਗ ਜਾਂਦਾ ਹੈ। ਪਰ ਮਕਸਦ ਇਸ ਗੱਲ ਦਾ ਹੈ ਵੀ ਧਿਆਨ ਲਗਾਉਣ ਤੋਂ ਬਾਅਦ ਸਾਨੂੰ ਕੁਝ ਆਰਾਮ ਮਹਿਸੂਸ ਹੋਣਾ ਚਾਹੀਦਾ ਹੈ, ਨਾ ਕਿ ਇਹ ਹੋ ਜਾਵੇ ਵੀ ਧਿਆਨ ਲਗਾਉਣ ਤੋਂ ਬਾਅਦ ਹੋਰ ਜ਼ਿਆਦਾ ਥੱਕ ਗਏ।
ਜਦੋਂ ਕਿਤਾਬ ਪੜ੍ਹ ਕੇ ਥੱਕ ਕੇ ਧਿਆਨ ਲਗਾ ਕੇ ਥੱਕ ਗਏ, ਫਿਰ ਧਿਆਨ ਕਾਹਦਾ ਲੱਗਾ ਹੋਇਆ? ਧਿਆਨ ਲਗਾ ਕਿਹਦਾ ਰਹੀ ਸੀ? ਫਿਰ ਇਹਨੇ ਬੜਾ ਆਰਾਧਨ ਕੀਤਾ ਭਾਈ ਭਗੀਰਥ ਨੇ, ਪਰ ਕਹਿੰਦੇ ਵੀ ਧਿਆਨ ਜਿਹੜਾ ਹੈ ਉਹ ਤੇ ਪੱਕਦਾ ਜਾ ਰਿਹਾ ਹੈ, ਪਰ ਅੰਦਰ ਨੂੰ ਇੱਕ ਚਾਹ ਨਹੀਂ ਆਉਂਦਾ, ਇੱਕ ਖੁਸ਼ੀ ਜੀ ਨਹੀਂ ਆਉਂਦੀ। ਭਾਈ ਮਨੀ ਸਿੰਘ ਤੇ ਇਦਾਂ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇੜੇ ਦੇ ਇਲਾਕੇ ਦੇ ਵਿੱਚ ਵਿਚਰਦੇ ਪਏ ਸੀ ਤੇ ਮਹਾਰਾਜ ਜੀ ਇਹਦੇ ਪਿੰਡ ਦੇ ਵਿੱਚ ਪਹੁੰਚੇ ਸੀ, ਮੈਲਸੀਆਂ ਪਿੰਡ ਦੇ ਵਿੱਚ। ਕਵੀ ਸੰਤੋਖ ਸਿੰਘ ਕਹਿੰਦੇ ਨੇ ਵੀ ਆਪ ਆਇਆ ਸੀ ਮਹਾਰਾਜ ਦੇ ਕੋਲ ਸੁਲਤਾਨਪੁਰ ਲੋਧੀ, ਕਿਸੇ ਨੇ 10 ਪਾਤੀ ਹੋਵੇਗੀ ਕਿਉਂਕਿ ਨੇੜੇ ਪਿੰਡ ਸੀ ਇਹਦਾ। ਕਿਸੇ ਨਾ ਕਿਸੇ ਤਰੀਕੇ ਨਾਲ ਇਹਦਾ ਮਹਾਰਾਜ ਜੀ ਦੇ ਨਾਲ ਮੇਲ ਹੋ ਜਾਂਦਾ। ਤੇ ਕਵੀ ਸੰਤੋਖ ਸਿੰਘ ਜੀ ਦੀ ਆਪਾਂ ਗੱਲ ਲੈ ਕੇ ਚੱਲੀਏ ਤੇ ਜਿਸ ਵੇਲੇ ਇਹ ਸੁਲਤਾਨਪੁਰ ਲੋਧੀ ਮਹਾਰਾਜ ਜੀ ਨੂੰ ਮਿਲਣ ਦੇ ਲਈ ਆਇਆ ਸੀ, ਦਰਸ਼ਨ ਕਰਨ ਦੇ ਲਈ ਆਇਆ ਸੀ, ਤੇ ਮਹਾਰਾਜ ਦੁਕਾਨ ਦੇ ਵਿੱਚ ਉਸ ਵੇਲੇ ਸੌਦਾ ਤੋਲਦੇ ਪਏ ਸੀ, ਮੋਦੀਖਾਨੇ ਦੀ ਕਿਰਤ ਕਰਦੇ ਪਏ ਸੀ। ਤੇ ਜਦੋਂ ਉਹ ਜਿਹੜੇ ਲੈਣ ਵਾਲੇ ਅੱਗੇ ਭੀੜ ਖੜੀ ਹੋਈ ਸੀ ਉਹਦੇ ਤੋਂ ਬਚ ਕੇ ਅੱਗੇ ਨਿਕਲਿਆ ਤੇ ਮਹਾਰਾਜ ਜੀ ਦੇ ਕਦਮਾਂ ਦੇ ਉੱਤੇ, ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਉਹਨੇ ਮੱਥਾ ਟੇਕਿਆ। ਤੇ ਮਹਾਰਾਜ ਜੀ ਨੇ ਫਿਰ ਪੁੱਛਿਆ ਵੀ ਭਾਈ ਦੱਸੋ ਕਿਸ ਪ੍ਰਯੋਜਨ ਦੇ ਲਈ ਆਏ ਜੀ, ਕਿਸ ਕੰਮ ਦੇ ਲਈ ਆਏ ਜੀ? ਵੈਸੇ ਇਹ ਵੀ ਭਾਈ ਭਗੀਰਥ ਦੇ ਬਾਰੇ ਬੋਲਿਆ ਜਾਂਦਾ ਹੈ ਵੀ ਇਹਨੂੰ ਸੁਪਨਾ ਆਇਆ ਸੀ ਕਿ ਤੂੰ ਜਾ ਕੇ ਤੇ ਸੁਲਤਾਨਪੁਰ ਲੋਧੀ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਮਿਲ, ਇਹਨੂੰ ਸੁਪਨਾ ਆਇਆ ਸੀ। ਇਹ ਬੜਿਆਂ ਦੇ ਨਾਲ ਇਦਾਂ ਵਾਪਰ ਜਾਂਦਾ ਹੈ, ਜਿਹੜੇ ਇਸ ਪਾਸੇ ਦੇ ਵਿੱਚ ਯਕੀਨ ਰੱਖਦੇ ਹੋਣਗੇ ਉਹਨਾਂ ਦੀ ਗੱਲ ਅਸੀਂ ਕਿਤੇ ਫੇਰ ਕਰਾਂਗੇ ਵੀ ਸੁਪਨੇ ਕੀ ਕੰਮ ਕਰ ਦਿੰਦੇ ਨੇ। ਉਹ ਇਸ ਪਾਸੇ ਦਾ ਇਹਨੂੰ ਸੁਪਨਾ ਆਇਆ ਸੀ ਤੇ ਇਹ ਇੱਥੇ ਪਹੁੰਚ ਜਾਂਦਾ। ਮਹਾਰਾਜ ਜੀ ਕਹਿੰਦੇ ਵੀ ਦੱਸੋ ਵੀ ਕੀ ਚਾਹੀਦਾ? ਕਹਿੰਦੇ ਵੀ ਸੱਚੇ ਪਾਤਸ਼ਾਹ ਬੜਾ ਚਿਰ ਹੋ ਗਿਆ ਹੈ ਘੁੰਮਦਿਆਂ ਫਿਰਦਿਆਂ ਨੂੰ, ਗੱਲ ਨਹੀਂ ਬਣਦੀ ਕੋਈ। ਪਹਿਲੀ ਗੱਲ ਤੇ ਅਸੀਂ ਘੁੰਮਦੇ ਵੀ ਨਹੀਂ, ਜੇ ਘੁੰਮਦੇ ਹਾਂ ਤੇ ਫਿਰ ਇਦਾਂ ਦੀ ਗੱਲ ਬਣਨੀ ਔਖੀ ਹੋ ਜਾਂਦੀ ਹੈ। ਕਹਿੰਦੇ ਮਹਾਰਾਜ ਜੀ ਗੱਲ ਨਹੀਂ ਬਣਦੀ ਕੋਈ ਬੰਦਗੀ ਵਾਲੀ, ਲੱਗਦਾ ਨਹੀਂ ਵੀ ਅੰਦਰ ਕੋਈ ਬੰਦਗੀ ਦਾ ਪਾਸਾ ਤੁਰਦਾ ਹੈ। ਪਾਠ ਪੂਜਾ ਬਹੁਤ ਹੈ, ਆਰਾਧਨਾ ਵੀ ਬਹੁਤ ਹੈ, ਸਾਰੀ ਰਾਤ ਵੀ ਬੈਠਾ ਰਹਿੰਦਾ ਹੁੰਦਾ ਸੀ, ਸਾਰੀ ਰਾਤ ਵੀ ਬੈਠੇ ਰਹੀਦਾ ਹੈ, ਕੋਈ ਗੱਲ ਹੀ ਨਹੀਂ, ਪਰ ਅੰਦਰ ਨਹੀਂ ਲੱਗਦਾ ਵੀ ਅੰਦਰ ਕੋਈ ਬਦਲਾਅ ਜਿਹਾ ਆ ਰਿਹਾ ਹੋਵੇ ਵੀ ਆਪਾਂ ਕਹਿ ਸਕੀਏ ਵੀ ਹਾਂ ਕੁਝ ਸੁਗੰਧੀ ਅੰਦਰ ਤੁਰਦੀ ਪਈ ਹੈ। ਤੇ ਮਹਾਰਾਜ ਜੀ ਨੇ ਫਿਰ ਉਹਨੂੰ ਇੱਕ ਜਵਾਬ ਦਿੱਤਾ ਸੀ। ਇਹ ਸਮਝ ਲਿਓ ਇਸ ਗੱਲ ਨੂੰ, ਕਿਸੇ ਵੇਲੇ ਨਾ ਜਸਟ ਇੱਕ ਬਸ ਸਫ਼ਰ ਹੀ ਹੋ ਰਿਹਾ ਹੁੰਦਾ ਹੈ। ਪਾਣੀ ਦੇ ਵਿੱਚ ਦੋ ਤਰੀਕੇ ਦੇ ਲੋਕ ਜਾਂਦੇ ਨੇ, ਇੱਕ ਉਹ ਜਿਨ੍ਹਾਂ ਨੇ ਪਾਣੀ ਨੂੰ ਤਰ ਕੇ ਤੇ ਪਾਰ ਕਰ ਜਾਣਾ ਹੁੰਦਾ ਹੈ ਜੀ। ਕਿੰਨਾ ਸਫ਼ਰ ਕਰ ਲਿਆ ਜੀ, ਇਹਨੇ 400 ਮੀਟਰ ਦੌੜ ਲਿਆ ਜੀ, ਇਹਨੇ 800 ਮੀਟਰ ਦੌੜ ਲਿਆ ਜੀ, ਇਹਨੇ ਆਹ ਚੈਨਲ ਪਾਰ ਕਰ ਲਿਆ। ਇੱਕ ਉਹ ਲੋਕ ਹੁੰਦੇ ਨੇ। ਇੱਕ ਹੁੰਦੇ ਨੇ ਜਿਹੜੇ ਨੀਵੇਂ ਜਾਂਦੇ ਨੇ, ਪਾਣੀ ਦੇ ਵਿੱਚ ਡੂੰਘੇ ਜਾਂਦੇ ਨੇ, ਉਹ ਪਾਣੀ ਦੇ ਵਿੱਚੋਂ ਕੁਝ ਕੱਢ ਲਿਆਉਂਦੇ ਨੇ ਜੋ ਪਾਣੀ ਦੇ ਅੰਦਰ ਹੈ। ਬਸ ਇੰਨੀ ਕੁ ਖੇਡ ਹੈ। ਕਿਸੇ ਵੇਲੇ ਸਾਧਨਾ ਕਰਦਿਆਂ ਮੈਨੂੰ ਲੱਗਣ ਲੱਗ ਪੈਂਦਾ ਵੀ ਬੜਾ ਚਿਰ ਹੋ ਗਿਆ ਹੈ ਸਾਧਨਾ ਕਰਦਿਆਂ ਨੂੰ। ਅਸੀਂ ਦੂਜਿਆਂ ਨੂੰ ਭਾਵੇਂ ਮੂੰਹ ਜ਼ਬਾਨੀ ਕਹਿ ਦਿੰਦੇ ਹਾਂ ਵੀ ਨਹੀਂ ਜੀ ਬੜਾ ਫਾਇਦਾ ਹੁੰਦਾ ਹੈ ਉਹ ਕਰਨ ਦਾ, ਆਹ ਕਰਨ ਦਾ, ਪਰ ਇਹਨੂੰ ਇਮਾਨਦਾਰੀ ਨਾਲ ਸੋਚਿਓ। ਕਿਸੇ ਵੇਲੇ ਸਾਨੂੰ ਆਪਣੇ ਅੰਦਰ ਤੋਂ ਇੰਝ ਲੱਗਣ ਲੱਗ ਪੈਂਦਾ ਵੀ ਨਹੀਂ ਕਰਦਿਆਂ ਤੇ ਬੜੇ ਸਾਲ ਹੋ ਗਏ ਨੇ, ਪਾਠ ਬੰਦਗੀ ਕਰਦਿਆਂ, ਪਰ ਗੱਲ ਨਹੀਂ ਬਣਦੀ। ਜਸਟ ਇੱਕ ਮੀਟਰ ਜਿਹਾ ਘੁੰਮਦਾ ਪਿਆ ਹੈ ਵੀ ਨੰਬਰ ਆਈ ਜਾਂਦੇ ਨੇ ਅੱਗੇ, ਪਰ ਉਹ ਖਾਲੀ ਘੁੰਮੀ ਜਾ ਰਿਹਾ ਹੈ, ਕੁਝ ਫਾਇਦਾ ਨਹੀਂ ਹੋ ਰਿਹਾ ਉਹਦਾ। ਜਦੋਂ ਇੱਥੇ ਕਿ ਕਮਾਈ ਜਾਵੇ ਆਟੋ ਤੇ ਬਾਅਦ 'ਚ ਕਵੇ ਵੀ ਤੁਹਾਡੇ ਇੰਨੇ ਪੈਸੇ ਬਣ ਕੇ ਜ਼ਿੰਦਗੀ ਮੁੱਕਦੀ ਜਾ ਰਹੀ ਹੈ, ਬਸ ਗਾਂਹ ਨਹੀਂ ਤੁਰਦੀ ਪਈ। ਉਹ ਮਹਾਰਾਜ ਬੜਾ ਜ਼ੋਰ ਲਾ ਰਹੇ ਆ ਪਰ ਗੱਲ ਨਹੀਂ ਅੱਗੇ ਬਣਦੀ। ਤੇ ਸਤਿਗੁਰੂ ਕਹਿੰਦੇ ਭਾਈ ਦੋ ਕੰਮ ਕਰਿਆ ਕਰੋ। ਮਹਾਰਾਜ ਕਹਿੰਦੇ ਇੱਕ ਤੇ ਸੇਵਾ ਕਰੋ ਤੇ ਇੱਕ ਬਾਣੀ ਪੜ੍ਹੋ। ਤੇ ਸੱਚੇ ਪਾਤਸ਼ਾਹ ਸੇਵਾ ਕਿਉਂ ਕਰਨੀ ਹੈ? ਹੁਣ ਇਹਨੂੰ ਵੇਖਿਓ, ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਹ ਜਵਾਬ ਹੈ। ਇਸ ਕਰਕੇ ਸੇਵਾ ਵਾਲਾ ਪਾਸਾ ਤੁਹਾਡੇ ਵਿੱਚੋਂ ਬਹੁਤ ਕਰਦੇ ਨੇ, ਮਹਾਰਾਜ ਚੜ੍ਹਦੀ ਕਲਾ ਦੇ ਵਿੱਚ ਵੀ ਰੱਖੇ। ਸੇਵਾ ਕਰੀਏ। ਸਤਿਗੁਰੂ ਕਹਿੰਦੇ ਪਹਿਲੀ ਗੱਲ ਤੇ ਜਿਹੜੀ ਸੇਵਾ ਹੁੰਦੀ ਹੈ ਨਾ, ਉਹ ਸਾਡੇ ਅੰਦਰੋਂ ਜਿਹੜੀ ਸਾਡੀ ਨਿੱਜ ਦੀ ਹਉਮੈ ਹੁੰਦੀ ਹੈ ਵੀ ਮੈਂ ਹੀ ਮੈਂ ਹਾਂ, ਉਹਨੂੰ ਧੋਂਦੀ ਹੈ, ਉਹਨੂੰ ਮਾਂਜਦੀ ਹੈ। ਮੈਂ ਅਕਸਰ ਬੇਨਤੀ ਕਰਦਾ ਹੁੰਦਾ ਕਿ ਜਦੋਂ ਅਸੀਂ ਕਿਸੇ ਦੇ ਕੋਲੋਂ ਸੇਵਾ ਕਰਵਾਉਂਦੇ ਹਾਂ ਰਿਸ਼ਤੇਦਾਰੀਆਂ ਦੇ ਵਿੱਚ, ਘਰਾਂ ਦੇ ਵਿੱਚ, ਫਿਰ ਸਾਨੂੰ ਇੰਝ ਲੱਗਦਾ ਵੀ ਇਹ ਸਾਰੇ ਮੇਰੇ ਆਖੇ ਲੱਗਦੇ ਪਏ ਨੇ। ਪਰ ਜਦੋਂ ਅਸੀਂ ਕਿਸੇ ਦੀ ਸੇਵਾ ਕਰਦੇ ਹਾਂ ਫਿਰ ਸਾਨੂੰ ਇੰਝ ਲੱਗਦਾ ਅਸੀਂ ਕਿਸੇ ਦੇ ਆਖੇ ਲੱਗਦੇ ਪਏ ਹਾਂ। ਕਿਸੇ ਨੂੰ ਆਖੇ ਲਾਉਣ ਦੇ ਵਿੱਚ ਤੇ ਕਿਸੇ ਦੇ ਆਖੇ ਲੱਗਣ ਦੇ ਵਿੱਚ ਬੜਾ ਵੱਡਾ ਫਰਕ ਹੈ। ਜਦੋਂ ਅਸੀਂ ਕਿਸੇ ਨੂੰ ਆਪਣੇ ਆਖੇ ਲਗਾਉਂਦੇ ਹਾਂ ਤੇ ਉਹਦੇ ਵਿੱਚ ਸਾਡੀ ਇੱਕ, ਭਾਵੇਂ ਮੰਨਦੇ ਹਾਂ ਤੇ ਭਾਵੇਂ ਨਹੀਂ ਮੰਨਦੇ, ਇੱਕ ਬੜੀ ਵੱਡੀ ਈਗੋ ਤੁਰੀ ਆਉਂਦੀ ਹੁੰਦੀ ਹੈ ਨਾਲ, ਇੱਕ ਈਗੋ ਆਉਂਦੀ ਹੈ। ਪਰ ਜਦੋਂ ਅਸੀਂ ਕਿਸੇ ਨੂੰ ਮੰਨਦੇ ਹਾਂ ਵੀ ਹਾਂ ਮੈਂ ਇਹਦੇ ਆਖੇ ਲੱਗਣਾ ਹੈ, ਫਿਰ ਬੰਦਾ ਥੋੜ੍ਹਾ ਜਿਹਾ ਤੇ ਨੀਵਾਂ ਹੁੰਦਾ ਹੀ ਹੈ ਨਾ। ਮਰਦ ਕਹਿੰਦੇ ਸੇਵਾ ਕਰੋਗੇ ਤੁਹਾਡੇ ਅੰਦਰੋਂ ਜਿਹੜਾ ਨਿੱਜ ਹੈ ਨਾ ਵੀ ਮੈਂ ਹੀ ਮੈਂ ਹਾਂ, ਮੇਰੀ ਹੀ ਗੱਲ ਸਭ ਤੋਂ ਉੱਤੇ ਹੋਣੀ ਚਾਹੀਦੀ ਹੈ,
ਜਦੋਂ ਤੁਸੀਂ ਸੇਵਾ ਕਰੋਗੇ ਤੁਹਾਨੂੰ ਪਤਾ ਲੱਗੇਗਾ ਕਿ ਬਾਕੀ ਬੜੇ ਉੱਚੇ ਨੇ, ਮੈਂ ਇਹਨਾਂ ਦੀ ਸੇਵਾ ਕਰਨੀ ਹੈ। ਇਸੇ ਕਰਕੇ ਮੈਂ ਅਕਸਰ ਬੇਨਤੀ ਕਰਦਾ ਹੁੰਨਾ ਕਿ ਤੁਸੀਂ ਵੇਖਦੇ ਹੀ ਜੇ, ਮੈਂ ਤੇ ਕਈ ਵਾਰ ਉਦਾਹਰਣ ਆਪ ਜੀ ਦੇ ਨਾਲ ਸਾਂਝੀ ਵੀ ਕੀਤੀ ਹੈ। ਸਾਡੇ ਵਿੱਚੋਂ ਜਦੋਂ ਅਸੀਂ ਪੈਲਸ ਦੇ ਵਿੱਚ ਜਾਂਦੇ ਹਾਂ ਤੇ ਮਜਾਲ ਹੈ ਅਸੀਂ ਆਪਣੀ ਪਲੇਟ ਵੀ ਭਾਵੇਂ ਨਾ ਚੁੱਕੀਏ ਉੱਥੋਂ ਟੇਬਲ ਤੋਂ, ਵੀ ਆਪੇ ਕੋਈ ਨਹੀਂ ਵੇਟਰ ਆਵੇਗਾ ਤੇ ਚੁੱਕ ਲਏਗਾ, ਅਸੀਂ ਭਾਵੇਂ ਆਪਣੀ ਵੀ ਨਾ ਚੁੱਕੀਏ। ਪਰ ਗੁਰਦੁਆਰੇ ਵਿੱਚ ਵੇਖ ਲਓ ਕੀ ਹੋ ਰਿਹਾ ਹੁੰਦਾ, ਆਪਣੀ ਤਾਂ ਮੈਂ ਚੁੱਕਦਾ ਜਿਹੜਾ ਨਾਲ ਬੈਠਾ ਹੁੰਦਾ ਉਹਦੀ ਵੀ ਚੁੱਕ ਕੇ ਲੈ ਜਾਂਦਾ। ਇਹ ਕਲਚਰ ਹੈ, ਇਹ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਦਿੱਤਾ। ਕਿਉਂ ਦਿੱਤਾ ਹੈ, ਕੀ ਫਰਕ ਹੈ? ਮੈਂ ਆਪਣੀ ਲੈ ਕੇ ਜਾ ਕੇ ਪਲੇਟ ਵੀ ਤਾਂ ਧੋ ਹੀ ਸਕਦਾ ਹਾਂ, ਨਾ ਵੀ ਧੋਵਾਂ ਉੱਥੇ ਰੱਖਦਾ ਤੇ ਕੋਈ ਹੋਰ ਕੋਈ ਤੇ ਆ ਹੀ ਜਾਵੇਗਾ ਨਾ ਧੋਣ ਵਾਲਾ, ਪਲੇਟ ਤਾਂ ਉੱਥੇ ਰਹਿ ਨਹੀਂ ਜਾਵੇਗੀ। ਪਰ ਇੱਕ ਆਦਤ ਹੈ ਵੀ ਥੋੜ੍ਹੇ ਤੋਂ ਥੋੜ੍ਹੀ ਸੇਵਾ ਦੇ ਵਿੱਚ ਮੈਂ ਆਪਣਾ ਯੋਗਦਾਨ ਪਾ ਦੇਵਾਂ, ਜਿੰਨਾ ਵੀ ਪਾ ਸਕਦਾ ਹੋਵਾਂ। ਜੇ ਸਮਾਂ ਹੈ ਵੱਧ ਪਾ ਦੇਵਾਂ, ਥੋੜ੍ਹਾ ਸਮਾਂ ਹੈ ਤੇ ਥੋੜ੍ਹਾ ਯੋਗਦਾਨ ਪਾ ਦੇਵਾਂ। ਉਹਦੇ ਵਿੱਚ ਮੇਰੇ ਮਨ 'ਚ ਇਹ ਗੱਲ ਆਉਂਦੀ ਰਹਿੰਦੀ ਹੈ ਵੀ ਨਹੀਂ, ਜਿਹੜੀ ਸੰਗਤ ਹੈ ਨਾ ਉਹ ਮੇਰੇ ਤੋਂ ਉੱਚੀ ਹੈ ਤੇ ਮੈਂ ਨੀਵਾਂ ਰਹਿ ਕੇ ਇਹਨਾਂ ਦੀ ਸੇਵਾ ਕਰਨੀ ਹੈ। ਮਹਾਰਾਜ ਕਹਿੰਦੇ ਸੇਵਾ ਕਰਿਓ। ਫਿਰ ਮਹਾਰਾਜ ਜੀ ਨੇ ਦੂਜੀ ਗੱਲ ਕਹੀ ਕਿ ਇਕੱਲੀ ਸੇਵਾ ਹੀ ਨਹੀਂ ਕਰਨੀ, ਸੇਵਾ ਮੁਬਾਰਕ ਹੈ ਜਿਹੜੇ ਸੇਵਾ ਕਰਦੇ ਨੇ, ਪਰ ਸੱਚੇ ਪਾਤਸ਼ਾਹ ਕਹਿੰਦੇ ਨਾਲ ਬਾਣੀ ਵੀ ਪੜ੍ਹਨੀ ਹੈ। ਸਾਡੇ ਵਿੱਚ ਇੱਕ ਪ੍ਰੋਬਲਮ ਕਹਿ ਲਈਏ ਜਾਂ ਇੱਦਾਂ ਕਹਿ ਲਈਏ, ਸੇਵਾ ਕੋਈ ਸੌਖਾ ਕੰਮ ਨਹੀਂ ਹੈ। ਮੈਂ ਆਪ ਜੀ ਦੇ ਅੱਗੇ ਵੀ ਬੇਨਤੀ ਕਰਦਾ ਹੁੰਨਾ ਵੀ ਸਮਾਂ ਕੱਢਣਾ ਪੈਂਦਾ ਹੈ ਸੇਵਾ ਕਰਨ ਦੇ ਲਈ। ਸਮਾਂ ਹੋਵੇਗਾ ਤੇ ਸੇਵਾ ਕਰੇਗਾ, ਸਮਾਂ ਕੱਢਣਾ ਪੈਂਦਾ ਸੇਵਾ ਕਰਨ ਦੇ ਲਈ। ਪਰ ਸਿਰਫ ਸੇਵਾ ਵਾਲਾ ਪਾਸਾ ਇਕੱਲਾ ਜਿਹੜਾ ਹੈ ਉਹ ਇੱਥੇ ਨਹੀਂ। ਗੁਰਮਤ ਨੇ ਇਹ ਵੀ ਕਿਹਾ ਵੀ ਬਾਣੀ ਵੀ ਪੜ੍ਹਨ ਵਾਲਾ ਹੋਵੇ ਸਿੱਖ। ਸਤਿਗੁਰੂ ਕਹਿੰਦੇ ਨਾਲ ਬਾਣੀ ਵੀ ਪੜ੍ਹਿਓ। ਮਹਾਰਾਜ ਬਾਣੀ ਕਿਉਂ ਪੜ੍ਹਨੀ ਹੈ? ਸੱਚੇ ਪਾਤਸ਼ਾਹ ਕਹਿੰਦੇ ਬਾਣੀ ਪੜ੍ਹੋਗੇ ਤੇ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਜਾਵੇਗਾ ਵੀ ਤੁਸੀਂ ਕਿੱਥੇ ਕਿਤੇ ਤੁਰਦੇ ਫਿਰਦੇ ਜੇ। ਸੇਵਾ ਵੀ ਦੋ ਤਰੀਕੇ ਦੀ ਹੈ ਨਾ। ਮਹਾਰਾਜ ਕਹਿੰਦੇ ਇੱਕ ਤੇ ਇਹ ਹੈ ਵੀ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ, ਇਹ ਵੀ ਸੇਵਾ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬੋਲ ਹੈ ਸਾਡੇ ਵਿੱਚ। ਪਰ ਦੂਜੇ ਨੰਬਰ ਦੇ ਉੱਤੇ ਇਹ ਵੀ ਸੇਵਾ ਹੈ, ਸੇਵਾ ਥੋੜ੍ਹੀ ਮੰਗਣ ਬਹੁਤਾ, ਇਹ ਵੀ ਸੇਵਾ ਹੀ ਹੈ। ਥੋੜ੍ਹੀ ਜਿਹੀ ਸੇਵਾ ਕੀਤੀ ਤੇ ਮੰਗ ਇੰਨਾ ਵੱਡਾ ਲਿਆ, ਇਹ ਵੀ ਸੇਵਾ ਹੈ। ਸੇਵਾ ਸਾਡੇ ਦੋ ਪਾਸੇ ਕਰਦੀ ਹੈ। ਜੇ ਹੁਣ ਦੇ ਹਿਸਾਬ ਦੇ ਨਾਲ ਵੇਖੀਏ, ਹਾਲਾਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਪਦੇਸ਼ ਇਹ ਹੈ ਸੇਵਾ ਕਰੋਗੇ ਨਾ ਤੇ ਨਾਲ ਤੁਸੀਂ ਜਦੋਂ ਬਾਣੀ ਪੜ੍ਹੋਗੇ ਤੇ ਬਾਣੀ ਤੁਹਾਨੂੰ ਦੱਸੇਗੀ ਵੀ ਤੁਹਾਡਾ ਰਸਤਾ ਸਹੀ ਚੱਲਦਾ ਪਿਆ ਕਿ ਨਹੀਂ ਚੱਲਦਾ ਪਿਆ। ਨਹੀਂ ਤੇ ਵੇਖ ਲਓ ਕਿ ਸੇਵਾ ਕਰਦਿਆਂ ਖਿਜੇ ਪਏ ਹੁੰਦੇ ਨੇ, ਉਹ ਬਾਣੀ ਦੱਸੇਗੀ ਵੀ ਖਿਜਣਾ ਨਹੀਂ ਹੈ। ਦੂਜੇ ਨੰਬਰ ਦੇ ਉੱਤੇ ਮਹਾਰਾਜ ਕਹਿੰਦੇ ਜਿਹੜੀ ਚੀਜ਼ ਦੇ ਨਾਲ ਆਪਾਂ ਜੁੜੀਏ ਉਹਦੇ ਵਰਗੇ ਹੋ ਜਾਈਦਾ ਹੈ। ਅਸੀਂ ਕੋਈ ਅਖਬਾਰ ਦੀ ਖਬਰ ਪੜ੍ਹਦੇ ਹਾਂ, ਕੁਝ ਵੀ ਪੜ੍ਹਦੇ ਹਾਂ, ਜੋ ਪੜ੍ਹਦੇ ਪਏ ਹਾਂ ਉਹਦਾ ਅਸਰ ਮਨ ਦੇ ਉੱਤੇ ਹੋ ਹੀ ਰਿਹਾ ਹੈ। ਇਹਨੂੰ ਮੰਨਦੇ ਹਾਂ ਜਾਂ ਨਹੀਂ ਮੰਨਦੇ। ਸਤਿਗੁਰੂ ਕਹਿੰਦੇ ਬਾਣੀ ਆਈ ਹੈ ਅਕਾਲ ਪੁਰਖ ਤੋਂ, ਜਿਹਨੂੰ ਅਸੀਂ ਮਹਾਰਾਜ ਇੱਦਾਂ ਵੀ ਕਹਿੰਦੇ ਨੇ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲਓ। ਇਹ ਬਾਣੀ ਕਿੱਥੋਂ ਆਈ ਹੈ? ਬਾਣੀ ਆਈ ਹੈ ਰੱਬ ਦੇ ਵੱਲੋਂ, ਅਕਾਲ ਪੁਰਖ ਵਾਹਿਗੁਰੂ ਦੇ ਵੱਲੋਂ। ਤੇ ਜਦੋਂ ਇਸ ਬਾਣੀ ਨੂੰ ਪੜ੍ਹੋਗੇ, ਜਦੋਂ ਇਸ ਬਾਣੀ ਨੂੰ ਸਮਝੋਗੇ, ਆਪਣੇ ਆਪ ਹੀ ਤੁਸੀਂ ਰੱਬ ਦੇ ਬਾਰੇ ਸੋਚਣਾ ਸ਼ੁਰੂ ਕਰ ਦੇਵੋਗੇ। ਘੱਟੋ ਘੱਟ ਜਪਜੀ ਸਾਹਿਬ ਪੜ੍ਹਾਂਗੇ ਰੱਬ ਤੇ ਚੇਤੇ ਹੀ ਆ ਹੀ ਰਿਹਾ ਨਾ। ਤੇ ਹੁਣ ਜੇ ਕਦੀ ਬਾਣੀ ਪੜ੍ਹੀ ਹੀ ਨਹੀਂ, ਬਾਣੀ ਸੁਣੀ ਨਹੀਂ, ਤੇ ਕੀ ਰੱਬ ਦੇ ਬਾਰੇ ਗੱਲ ਚੇਤੇ ਆ ਜਾਵੇਗੀ? ਇੱਕ ਖਿਆਲ ਹੈ ਸਿਰਫ ਇਸ ਪਾਸੇ ਦਾ, ਜਿਹਨੂੰ ਸਾਡੀ ਬੋਲੀ ਦੇ ਵਿੱਚ, ਅੱਜ ਦੀ ਬੋਲੀ 'ਚ ਇਹ ਕਿਹਾ ਜਾਂਦਾ ਹੈ ਕਿ ਸਿੱਖੀ ਜਿਹੜੀ ਹੈ ਉਹ ਸੇਵਾ ਤੇ ਸਿਮਰਨ ਦੇ ਪਿੱਲਰ ਦੇ ਉੱਤੇ ਖੜੀ ਹੋਈ ਹੈ। ਜਿੱਦਾਂ ਛੱਤ ਪਿੱਲਰਸ ਦੇ ਉੱਤੇ ਖਲੋਂਦੀ ਹੈ, ਸਿੱਖੀ ਸੇਵਾ ਤੇ ਸਿਮਰਨ ਦੇ ਉੱਤੇ ਖੜੀ ਹੋਈ ਹੈ। ਕੱਲੀ ਇਹ ਵੀ ਨਹੀਂ ਕੱਲੀ ਸੇਵਾ ਹੀ ਕਰ ਜਾਣੀ ਹੈ, ਕੱਲੀ ਬਾਣੀ ਪੜ੍ਹ ਜਾਣੀ ਹੈ, ਨਹੀਂ। ਦੋਵੇਂ ਚੀਜ਼ਾਂ ਪੈਰਲਰ ਹੋਣੀਆਂ ਚਾਹੀਦੀਆਂ ਨੇ। ਮਹਾਰਾਜ ਬਖਸ਼ ਲਵੇ, ਕਿਸੇ ਵੇਲੇ ਅਸੀਂ ਇੱਕ ਚੀਜ਼ ਦੇ ਵਿੱਚ ਅੱਗੇ ਹੁੰਨੇ ਹਾਂ, ਦੂਜੀ ਦੇ ਵਿੱਚ ਪਿੱਛੇ ਹੁੰਨੇ ਹਾਂ, ਕੋਈ ਗੱਲ ਨਹੀਂ। ਪਰ ਸਿੱਖ ਨੂੰ ਇੰਨੀ ਸਮਝ ਜ਼ਰੂਰ ਹੋਵੇ ਵੀ ਬਾਣੀ ਵੀ ਪੜ੍ਹਨੀ ਹੈ। ਉਹ ਇਹ ਨਾ ਆਖੇ ਵੀ ਮੈਨੂੰ ਲੋੜ ਨਹੀਂ ਹੈ, ਕਿਉਂਕਿ ਮੈਂ ਤਾਂ ਸੇਵਾ ਕਰ ਲੈਣਾ, ਮੈਨੂੰ ਕੀ ਲੋੜ ਹੈ ਜਪਜੀ ਸਾਹਿਬ ਕਰਨ ਦੀ। ਤੇ ਦੂਜਾ ਇਹ ਆਖੇ ਵੀ ਮੈਂ ਜਪਜੀ ਸਾਹਿਬ ਕਰ ਲੈਣਾ, ਮੈਨੂੰ ਕੀ ਲੋੜ ਹੈ ਬਾਲਟੀ ਫੜਨ ਦੀ। ਨਹੀਂ, ਇਹ ਕੰਮ ਨਹੀਂ ਕਰਨਾ। ਦੋਵੇਂ ਹੀ ਕੰਮ ਰੱਖਣੇ ਨੇ ਆਪਣੇ। ਮਹਾਰਾਜ ਜੀ ਨੇ ਭਾਈ ਭਗੀਰਥ ਨੂੰ ਇਹ ਉਪਦੇਸ਼ ਦਿੱਤਾ ਸੀ। ਇਹ ਜਿਹੜਾ ਪਹਿਲਾਂ ਕਾਲੀ ਦੇਵੀ ਦਾ ਪੁਜਾਰੀ ਸੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਸਿੱਖ ਬਣਿਆ ਸੀ। ਇਹਨੇ ਉਹ ਉਪਾਸਨਾ, ਉਹ ਪੂਜਾ ਛੱਡੀ ਤੇ ਮਹਾਰਾਜ ਜੀ ਦੇ ਚਰਨ ਕਮਲਾਂ ਦਾ ਪ੍ਰੇਮੀ ਬਣਿਆ। ਇੱਥੇ ਰਹਿੰਦਿਆਂ ਸੁਲਤਾਨਪੁਰ ਲੋਧੀ ਦੇ ਵਿੱਚ ਰਹਿੰਦਿਆਂ ਸਿੱਖਾਂ ਦੀ ਸੇਵਾ ਕਰਦਾ ਸੀ, ਮਹਾਰਾਜ ਦੀ ਬਾਣੀ ਦਾ ਪਾਠ ਕਰਨ ਵਾਲਾ ਸੀ। ਵੈਸੇ ਚੌਧਰੀ ਸੀ ਆਪਣੇ ਇਲਾਕੇ ਦਾ, ਸਾਰਾ ਕੁਝ ਛੱਡ ਕੇ ਤੇ ਮਹਾਰਾਜ ਦੇ ਕੋਲ ਆ ਗਿਆ ਸੀ। ਇਹਦੇ ਬਾਰੇ ਭਾਈ ਗੁਰਦਾਸ ਸਾਹਿਬ ਕਹਿੰਦੇ ਮੈਲ ਸੀਹਾਂ ਵਿੱਚ ਆਖੀ ਹੈ ਭਗੀਰਥ ਕਾਲੀ ਗੁਣ ਗਾਵੇ ਭਾਈ ਭਗੀਰਥ। ਔਰ ਇਹ ਭਾਈ ਭਗੀਰਥ ਇੱਦਾਂ ਦਾ ਹੈ ਜਿਹਦੇ ਤੋਂ ਅੱਗੇ ਭਾਈ ਮਨਸੁਖ ਜਿਹੜਾ ਹੈ ਉਹ ਪ੍ਰਭਾਵਿਤ ਹੁੰਦਾ, ਤੇ ਭਾਈ ਮਨਸੁਖ ਇੱਦਾਂ ਦਾ ਹੈ ਜਿਹਦੇ ਤੋਂ ਅੱਗੇ ਰਾਜਾ ਸ਼ਿਵ ਨਵ ਪ੍ਰਭਾਵਿਤ ਹੁੰਦਾ। ਇਹ ਇੱਦਾਂ ਦਾ ਜੀਵਨ ਹੈ ਇਹਨਾਂ ਸਿੱਖਾਂ ਦਾ। ਭਾਈ ਭਗੀਰਥ ਨੂੰ ਮਹਾਰਾਜ ਨੇ ਲਾਹੌਰ ਦੇ ਵਿੱਚ ਸੌਦਾ ਲੈਣ ਦੇ ਲਈ ਭੇਜਿਆ ਸੀ, ਤੇ ਅੱਗੇ ਦੁਕਾਨਦਾਰ ਸੀ ਭਾਈ ਮਨਸੁਖ।
ਭਾਈ ਮਨਸੁਖ ਨੇ ਵੇਖਿਆ ਵੀ ਏਡੇ ਕਮਾਲ ਦੇ ਜੀਵਨ ਵਾਲਾ ਬੰਦਾ ਕਿਹੜਾ, ਇਹਦੇ ਗੁਰੂ ਨੂੰ ਮਿਲਣਾ ਚਾਹੀਦਾ। ਭਾਈ ਮਨਸੁਖ ਮਹਾਰਾਜ ਜੀ ਨੂੰ ਮਿਲਣ ਦੇ ਲਈ ਆਇਆ। ਭਾਈ ਮਨਸੁਖ ਨੇ ਸਿੱਖੀ ਗੁਰੂ ਨਾਨਕ ਸਾਹਿਬ ਦੇ ਕੋਲੋਂ ਪ੍ਰਾਪਤ ਕੀਤੀ ਤੇ ਭਾਈ ਮਨਸੁਖ ਜਿਹੜਾ ਸੀ ਅੱਗੇ ਸਿੰਗਲਾ ਦੀਪ ਦੇ ਵਿੱਚ ਗਿਆ ਰਾਜੇ ਸ਼ਿਵਨਾਭ ਦੇ ਕੋਲ। ਰਾਜਾ ਸ਼ਿਵਨਾਭ ਭਾਈ ਮਨਸੁਖ ਨੂੰ ਵੇਖ ਕੇ ਪ੍ਰਭਾਵਿਤ ਹੋ ਜਾਂਦਾ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਮਿਲਣਾ। ਇਹ ਇਦਾਂ ਦੇ ਭਾਈ ਭਗੀਰਥ ਸਨ। ਪਹਿਲਾਂ ਦੇਵੀ ਦੇ ਪੁਜਾਰੀ ਸੀ, ਬਾਅਦ 'ਚ ਗੁਰੂ ਨਾਨਕ ਸਾਹਿਬ ਦੀ ਸ਼ਰਨ ਦੇ ਵਿੱਚ ਆ ਗਏ। ਇਸ ਕਰਕੇ ਇਹਨਾਂ ਦੇ ਬਾਰੇ ਇਹ ਗੱਲ ਬੋਲੀ ਹੈ ਭਾਈ ਗੁਰਦਾਸ ਸਾਹਿਬ